हालेलुया। जैसे कि हम जानते हैं कि हमारा परमेश्वर जीवित परमेश्वर है, वो आज भी बड़े और आश्चर्य कर्म करता है। तो एक ऐसी ही बहुत ही बड़ी गवाही को हम सुनेंगे। परमेश्वर जो हमें बहुतायत का जीवन देने के लिए इस धरती के ऊपर आए हैं, उसी परमेश्वर ने इनको एक नई आशा दी। तो आइए इनकी इस अद्भुत गवाही को हम देखते हैं। हालेलुया। साਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਨਵਨੀਤ ਕੌਰ ਆ। ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ। ਅੱਜ ਮੈਂ ਆਪਣੇ ਜੀਵਨ ਦੀ ਬੜੀ ਵੱਡੀ ਗਵਾਹੀ ਨੂੰ ਦੇਣ ਜਾ ਰਹੀ ਹਾਂ। 2010 ਵਿੱਚ ਮੇਰੀ ਮੈਰਿਜ ਹੋਈ। ਮੈਰਿਜ ਤੋਂ ਬਾਅਦ ਮੈਂ ਤੇ ਮੇਰੇ ਹਸਬੈਂਡ ਕਾਫੀ ਖੁਸ਼ ਸੀ, ਸਾਡਾ ਪਰਿਵਾਰ ਵੀ ਖੁਸ਼ ਸੀ। ਬਾਅਦ ਚੋਂ ਮੈਂ ਤੇ ਮੇਰੇ ਹਸਬੈਂਡ ਕਾਫੀ ਜਗ੍ਹਾ ਤੇ ਘੁੰਮਣ ਵੀ ਗਏ। 2011 ਵਿੱਚ ਮੇਰਾ ਬੇਬੀ ਬੁਆਏ ਹੋਇਆ ਤੇ ਮੈਂ ਤੇ ਮੇਰਾ ਪਰਿਵਾਰ ਸਾਰੇ ਬਹੁਤ ਖੁਸ਼ ਸੀ। ਫਸਟ ਬੇਬੀ ਦੇ ਬਾਅਦ ਕਾਫੀ ਟਾਈਮ ਪਾ ਕੇ ਅਸੀਂ ਜਦੋਂ ਸੈਕਿੰਡ ਬੇਬੀ ਬਾਰੇ ਸੋਚਿਆ ਤੇ ਬੇਬੀ ਕਨਸੀਵ ਨਹੀਂ ਹੋ ਰਿਹਾ ਸੀ। ਫਿਰ ਮੇਰੇ ਹਸਬੈਂਡ ਨੇ ਮੈਂ ਤੇ ਮੇਰੇ ਹਸਬੈਂਡ ਨੇ ਸਲਾਹ ਕੀਤੀ ਕਿ ਆਪਾਂ ਡਾਕਟਰ ਨੂੰ ਵਿਖਾ ਲੈਂਦੇ ਕਿ ਕਿਉਂ ਨਹੀਂ ਬੇਬੀ ਕਨਸੀਵ ਹੋ ਰਿਹਾ। ਫਿਰ ਅਸੀਂ ਅੰਮ੍ਰਿਤਸਰ ਦੇ ਇੱਕ ਗਾਇਨੀ ਡਾਕਟਰ ਕੋਲ ਗਏ। ਫਿਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਲਟਰਾਸਾਊਂਡ ਲਿਖ ਕੇ ਦੇ ਦਿੰਦੇ, ਤੁਸੀਂ ਅਲਟਰਾਸਾਊਂਡ ਕਰਵਾ ਲਓ ਤੇ ਉਹਦੇ ਵਿੱਚ ਪਤਾ ਲੱਗੂਗਾ ਕਿ ਤੁਸੀਂ ਕਿਉਂ ਨਹੀਂ ਬੇਬੀ ਕਨਸੀਵ ਕਰ ਰਹੇ। ਅਲਟਰਾਸਾਊਂਡ ਜਦੋਂ ਕਰਵਾਇਆ ਤੇ ਉਹਦੇ ਵਿੱਚ ਡਾਕਟਰ ਨੇ ਦੱਸਿਆ ਕਿ ਤੁਹਾਡੇ ਐਗ ਗਰੋ ਨਹੀਂ ਕਰ ਰਹੇ, ਕਿਉਂਕਿ ਕਾਫੀ ਟਾਈਮ ਹੋ ਗਿਆ ਤੁਸੀਂ ਬੇਬੀ ਕਨਸੀਵ ਨਹੀਂ ਕੀਤਾ, ਉਹਦੇ ਕਰਕੇ ਤੁਹਾਨੂੰ ਬੇਬੀ ਕਨਸੀਵ ਨਹੀਂ ਹੋ ਰਿਹਾ ਹੈ। ਜੇ ਡਾਕਟਰ ਨੇ ਕਿਹਾ ਕਿ ਤੁਸੀਂ ਐਗ ਗਰੋ ਨਾ ਹੋਣ ਦੇ ਕਾਰਨ ਤੁਸੀਂ ਬੇਬੀ ਕਨਸੀਵ ਨਹੀਂ ਕਰ ਸਕਦੇ, ਤੇ ਫਿਰ ਮੈਂ ਤੇ ਮੇਰੇ ਹਸਬੈਂਡ ਕਾਫੀ ਡਿਸਟਰਬ ਰਹਿਣ ਲੱਗ ਗਏ। ਮੇਰਾ ਬੇਟਾ ਵੀ 10 ਸਾਲ ਦਾ ਹੋ ਚੁੱਕਿਆ ਸੀ। ਬਾਕੀ ਜਦੋਂ ਬੱਚਿਆਂ ਨੂੰ ਵੇਖਦੇ ਮਹਿਸੂਸ ਕਰਦਾ ਸੀ ਕਿ ਮੈਂ ਇਕੱਲਾ ਆ, ਜਿਸ ਤਰ੍ਹਾਂ ਮੇਰੀ ਭੈਣ ਨਹੀਂ ਆ, ਮੇਰਾ ਕੋਈ ਭਰਾ ਨਹੀਂ ਆ ਕਿ ਮੈਂ ਕਿਹਨਾਂ ਖੇਲਾਂ। ਤੇ ਫਿਰ ਸਾਡੇ ਵਿੱਚ ਮੇਰੇ ਤੇ ਮੇਰੇ ਹਸਬੈਂਡ ਵਿੱਚ ਕਾਫੀ ਲੜਾਈ ਵੀ ਰਹੀ ਆ ਕਿ ਇਸੇ ਕਰਕੇ ਕਿ ਅਸੀਂ ਬੇਬੀ ਕਨਸੀਵ ਨਹੀਂ ਕਰਨ ਦੇ। ਰਿਸ਼ਤੇਦਾਰ ਵੀ ਮੈਨੂੰ ਆ ਕੇ ਸਮਝਾਉਂਦੇ ਸੀ ਕਿ ਨਹੀਂ ਤੂੰ ਮੈਡੀਸਨ ਹੀ ਖਾ ਲਾ ਜੇ ਤੈਨੂੰ ਲੱਗਦਾ ਹੈ ਕਿ ਨਹੀਂ ਕਨਸੀਵ ਹੋ ਰਿਹਾ। ਤੇ ਜਦੋਂ ਮੈਨੂੰ ਬੇਬੀ ਕਨਸੀਵ ਨਹੀਂ ਹੋ ਰਿਹਾ ਸੀ ਉਦੋਂ ਵੀ ਮੇਰਾ ਵਿਸ਼ਵਾਸ ਪਰਮੇਸ਼ਰ ਤੇ ਸੀ। ਮੈਂ ਅਨਕੂ ਨੂਰੁੱਲਾ ਮਿਨਿਸਟਰੀ ਨਾਲ 2018 ਤੋਂ ਜੁੜੀ ਹੋਈ ਸੀ। ਮੈਂ ਬਹੁਤ ਸਾਰੀਆਂ ਗਵਾਹੀਆਂ ਸੁਣੀਆਂ ਤੇ ਵੇਖੀਆਂ ਸੀ ਕਿ ਖੁਦਾ ਏਡੇ ਏਡੇ ਵੱਡੇ ਕੰਮ ਕਰਦਾ ਆ, ਲੋਕਾਂ ਨੂੰ ਬੇਬੀ ਨਾਲ ਬਲੈਸ ਕਰਦਾ ਤੇ ਖੁਦਾ ਮੈਨੂੰ ਵੀ ਕਰੂਗਾ। ਅਸੀਂ ਲਗਾਤਾਰ ਚਰਚ ਨਾਲ ਜੁੜੇ ਸੀ। ਸੰਡੇ ਥਰਸਡੇ ਦੀ ਮੀਟਿੰਗ ਨੂੰ ਅਟੈਂਡ ਕਰਦੇ ਸੀ। 29 ਅਗਸਤ 2021 ਨੂੰ ਜਦੋਂ ਮੈਂ ਚਰਚ ਆਈ, ਪਰਮੇਸ਼ਰ ਦੇ ਦਾਸ ਉਹਨਾਂ ਭੈਣਾਂ ਲਈ ਪ੍ਰੇਅਰ ਕਰਦੇ ਪਏ ਸੀ ਜਿਨ੍ਹਾਂ ਕੋਲ ਬੇਬੀ ਨਹੀਂ ਹੈਗਾ। ਮੈਂ ਉਸ ਪ੍ਰਾਰਥਨਾ ਨੂੰ ਆਪਣੇ ਲਈ ਪੂਰੇ ਵਿਸ਼ਵਾਸ ਨਾਲ ਰਿਸੀਵ ਕੀਤਾ। मैं कमांड करता हूं जो गर्भ है, जो फलवंत नहीं हुए, आज इस मीटिंग की डेट को आप नोट करेंगे, क्योंकि मैं आपके गर्भ को ओपन होता हुआ, ब्लेस्ड होता हुआ देख रहा हूं। आज की इस मीटिंग में मैं देख रहा हूं बेबीज की ब्लेसिंग के साथ बहुत सारी बहनों मैं देख रहा हूं गर्भ ओपन होते हुए। आमीन ऊंचा तो ये आशीष आपकी है। उस प्रार्थना ਨੂੰ ਮੈਂ ਆਪਣੇ ਲਈ ਰਿਸੀਵ ਕੀਤਾ ਤੇ ਮੇਰੀ ਬੋਡੀ 'ਚ ਪਸੀਨਾ ਮੇਰੀ ਬੋਡੀ ਪੂਰੀ ਗਿੱਲੀ ਹੋ ਗਈ ਪਸੀਨੇ ਦੇ ਨਾਲ। ਉਸ ਪ੍ਰਾਰਥਨਾ ਨੂੰ ਰਿਸੀਵ ਕਰਨ ਤੋਂ ਬਾਅਦ ਜਦੋਂ ਮੈਂ ਆਪਣਾ 2-3 ਦਿਨ ਬਾਅਦ ਪ੍ਰੈਗਨੈਂਸੀ ਟੈਸਟ ਕੀਤਾ ਤੇ ਮੈਂ ਪ੍ਰੈਗਨੈਂਟ ਸੀ ਤੇ ਮੈਂ ਇੱਕਦਮ ਸ਼ੌਕ ਸੀ ਕਿ ਕਿਸ ਤਰ੍ਹਾਂ ਹੋ ਸਕਦਾ ਵਾ। ਤੇ ਮੇਰੇ ਹਸਬੈਂਡ ਵੀ ਬਹੁਤ ਖੁਸ਼ ਹੋਏ। ਫਿਰ 9 ਮਹੀਨੇ ਪਰਮੇਸ਼ਰ ਨੇ ਮੈਨੂੰ ਸੰਭਾਲ ਕੇ ਰੱਖਿਆ। ਫਿਰ 7 ਮਈ 2022 ਨੂੰ ਮੈਨੂੰ ਬੇਬੀ ਗਰਲ ਨਾਲ ਬਲੈਸ ਕੀਤਾ। ਜਦੋਂ ਬੇਬੀ ਗਰਲ ਸਾਡੇ ਹੱਥ ਵਿੱਚ ਉਹਨਾਂ ਨੇ ਦਿੱਤੀ ਤੇ ਮੇਰੇ ਹਸਬੈਂਡ ਵੀ, ਉਹਨਾਂ ਨੂੰ ਵੀ ਸੀ, ਉਹਨਾਂ ਦਾ ਜਿਸ ਤਰ੍ਹਾਂ ਇੱਕ ਚਾਹਤ ਸੀ ਕਿ ਸਾਡੇ ਘਰ ਬੇਬੀ ਗਰਲ ਹੀ ਹੋਵੇ। ਤੇ ਉਸ ਬੇਬੀ ਗਰਲ ਨੂੰ ਅਸੀਂ ਆਪਣੇ ਹੱਥ 'ਚ ਲੈ ਕੇ ਬਹੁਤ ਖੁਸ਼ੀ, ਬਹੁਤ ਆਨੰਦਿਤ ਸੀ। ਅਸੀਂ ਪਰਮੇਸ਼ਰ ਨੇ ਸਾਡੀ ਫੈਮਿਲੀ ਨੂੰ ਕੰਪਲੀਟ ਕੀਤਾ। ਅਸੀਂ ਬਹੁਤ ਆਨੰਦਿਤ, ਅਸੀਂ ਬਹੁਤ ਖੁਸ਼ ਹਾਂ ਕਿ ਖੁਦਾ ਨੇ ਸਾਡੀ ਫੈਮਿਲੀ ਕੰਪਲੀਟ ਕੀਤੀ। ਅਸੀਂ ਹੁਣ ਮੇਰਾ ਬੇਟਾ ਵੀ ਖੁਸ਼ ਹੈ ਆਪਣੀ ਭੈਣ ਦੇ ਨਾਲ। ਤੇ ਅਸੀਂ ਜਦੋਂ ਦੀ ਸਾਡੇ ਘਰ ਬੇਬੀ ਗਰਲ ਆਈ ਆ ਅਸੀਂ ਹੋਰ ਵੱਧ ਗਏ, ਅਸੀਂ ਹੋਰ ਬਲੈਸ ਹੋ ਚੁੱਕੇ ਹਾਂ। ਜਿਨ੍ਹਾਂ ਭੈਣਾਂ ਦੇ ਬੇਬੀ ਨਹੀਂ ਹੈਗਾ ਉਹਨਾਂ ਨੂੰ ਮੈਂ ਇਹੀ ਕਹੂੰਗੀ ਕਿ ਪਰਮੇਸ਼ਰ ਵਿੱਚ ਅੜੇ ਤੇ ਖੜੇ ਰਹੋ, ਪਰਮੇਸ਼ਰ ਤੁਹਾਨੂੰ ਜ਼ਰੂਰ ਬਲੈਸ ਕਰੂਗਾ। ਇਸ ਵੱਡੀ ਆਸ਼ੀਸ਼ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ, ਪ੍ਰਭੂ ਦਾ ਦਾਸੀ ਦਾ ਧੰਨਵਾਦ ਕਰਦੀ ਹਾਂ। ਸਭ ਨੂੰ ਜੈ ਮਸੀਹ ਦੀ। जैसे कि परमेश्वर के वचन लूका 1 अध्याय उसकी 37 आयत में लिखा है, जो वचन परमेश्वर की ओर से होता है वो प्रभाव रहित नहीं होता। यानी कि परमेश्वर के लिए कोई भी काम करना कठिन नहीं है।
ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਗੁਰਮੀਤ ਕੁਮਾਰ, ਮੇਰੀ ਬੇਟੀ ਪਾਇਲ, ਮੇਰੀ ਵਾਈਫ ਸ਼ਿਵਾਨੀ। ਅਸੀਂ ਪਠਾਨਕੋਟ ਦੇ ਰਹਿਣ ਵਾਲੇ ਹਾਂ। ਅਸੀਂ ਆਪਣੀ ਬੇਟੀ ਦੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਾਂ ਕਿ ਪਰਮੇਸ਼ਰ ਨੇ ਕਿੱਦਾਂ ਮੇਰੀ ਬੇਟੀ ਨੂੰ ਆਜ਼ਾਦ ਕੀਤਾ। 2022 ਦੀ ਗੱਲ ਆ ਕਿ ਸਾਡੇ ਘਰ ਕਿਸੇ ਨੇ ਜਾਟੂਨ ਕਰਤਾ ਔਰ ਉਸ ਤੋਂ ਬਾਅਦ ਮੇਰੀ ਬੇਟੀ ਨੂੰ ਦੁਸ਼ਟ ਆਤਮਾ ਅਟੈਕ ਹੋਣੇ ਸ਼ੁਰੂ ਹੋ ਗਏ। ਇਸ ਮੇਰੀ ਬੇਟੀ ਨੇ ਯਾਨੀ ਕਿ ਇਕੱਲੇ ਰਹਿਣਾ ਜ਼ਿਆਦਾ ਵਧੀਆ ਸਮਝਣਾ ਆਪਣੇ ਆਪ ਨੂੰ। ਆਪਣੇ ਛੋਟੇ ਭੈਣ ਜਾਂ ਬ੍ਰਦਰ ਨਾਲ ਨਹੀਂ ਬੋਲਣਾ। ਹੌਲੀ ਹੌਲੀ ਉਸ ਤੋਂ ਬਾਅਦ ਕੀ ਹੋਇਆ, ਮੇਰੀ ਬੇਟੀ ਦੇ ਦਿਮਾਗ ਦੀ ਜ਼ਿੰਦਗੀ ਡਿਪਰੈਸ਼ਨ ਪੈਣਾ ਸ਼ੁਰੂ ਹੋ ਗਿਆ ਔਰ ਅਸੀਂ ਸੋਚਦੇ ਹਾਂ ਸਾਡੀ ਬੇਟੀ ਨੂੰ ਕੀ ਪ੍ਰੋਬਲਮ ਹੋ ਗਈ ਹੈ। ਤੇ ਆਪਣੇ ਵਾਲਾਂ ਨੂੰ ਯਾਨੀ ਖੁੱਲਾ ਛੱਡਣਾ ਸ਼ੁਰੂ ਕਰਤਾ, ਆਪਣੇ ਆਪ ਨੂੰ ਯਾਨੀ ਇਕੱਲੇ ਪੰਜੇ ਰਹਿਣਾ ਸ਼ੁਰੂ ਕਰਤਾ। ਜੋ ਵੀ ਇਹਨੇ ਘਰ 'ਚ ਸਮਾਨ ਸੀ ਉਹ ਤੋੜ ਫੋੜ ਸ਼ੁਰੂ ਕਰਤੀ। ਅਸੀਂ ਬਹੁਤ ਪਰੇਸ਼ਾਨ ਸੀ ਸਾਡੀ ਬੇਟੀ ਦਾ ਕੀ ਬਣ ਗਿਆ, ਸਾਡੀ ਬੇਟੀ ਨਾਲ ਕੀ ਹੋ ਰਿਹਾ ਵਾ। ਹੌਲੀ ਹੌਲੀ ਮੇਰੀ ਬੇਟੀ ਦੇ ਸਾਰੇ ਅਟੈਕ ਵਧਣੇ ਸ਼ੁਰੂ ਹੋ ਗਏ, ਡਿਪਰੈਸ਼ਨ 'ਚ ਰਹਿਣਾ ਸ਼ੁਰੂ ਹੋ ਗਈ। ਔਰ ਜਦੋਂ ਅਸੀਂ ਮਤਲਬ ਕਿ ਸ਼ਾਮ ਦਾ ਟਾਈਮ ਹੋਣਾ, ਜਦੋਂ ਰਾਤ ਪੈਣੀ ਸ਼ੁਰੂ ਹੋਣੀ, ਅਸੀਂ ਮਤਲਬ ਕਿ ਡਰਨਾ ਸ਼ੁਰੂ ਹੋਣਾ। ਉਹ ਇਸ ਕਰਕੇ ਕਿਉਂਕਿ ਇਹ ਰਾਤ ਨੂੰ ਛੱਤ ਤੇ ਚਲ ਜਾਂਦੀ ਸੀ ਔਰ ਇਹ ਕਹਿੰਦੀ ਸੀ ਕਿ ਮੈਂ ਮਤਲਬ ਕਿ ਛੱਤ ਤੋਂ ਯਾਨੀ ਕਿ ਛਾਲ ਮਾਰ ਕੇ ਸੁਸਾਈਡ ਕਰ ਲੈਣੀ ਆ। ਯਾਨੀ ਕਿ ਘਰੋਂ ਵੀ ਇਹਨੇ ਬਾਹਰ ਯਾਨੀ ਕਿ ਦੌੜਨ ਦੀ ਕੋਸ਼ਿਸ਼ ਕੀਤੀ, ਜਿਹਦੇ ਕਰਕੇ ਅਸੀਂ ਰਾਤ ਨੂੰ ਜਦੋਂ ਸੋਣਾ ਤੇ ਅਸੀਂ ਆਪਣੇ ਗੇਟ ਨੂੰ ਵੀ ਲੋਕ ਲਗਾ ਕੇ ਸੋਣਾ, ਤਾਲਾ ਲਗਾ ਕੇ, ਔਰ ਆਪਣੀ ਮੋਂਟੀ ਦਾ ਦਰਵਾਜ਼ਾ ਹੀ ਬੰਦ ਕਰਕੇ ਸੋਣਾ, ਕਿਉਂਕਿ ਸਾਨੂੰ ਇਹੀ ਡਰ ਲੱਗਾ ਰਹਿੰਦਾ ਸੀ ਕਿ ਕਿਤੇ ਸਾਡੀ ਬੇਟੀ ਕੁਝ ਕਰ ਨਾ ਲਵੇ। ਇਸ ਕਾਰਨ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਕਿ ਇਹ ਸਾਡੀ ਬੇਟੀ ਨਾਲ ਕੀ ਹੋ ਰਿਹਾ ਔਰ ਸਾਨੂੰ ਲੱਗਦਾ ਕਿ ਸਾਡੀ ਬੇਟੀ ਪਾਗਲ ਹੋ ਗਈ ਹੈ, ਜਿਹਦੇ ਕਰਕੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਘਰ ਦੇ ਸਾਰੇ ਜਿੰਨੇ ਵੀ ਸਾਡੇ ਮਤਲਬ ਕਿ ਮੈਂਬਰ ਸੀ ਸਾਰੇ ਪਰੇਸ਼ਾਨ ਹੋ ਚੁੱਕੇ ਸੀ। ਇਹ ਮੇਰੀ ਵੱਡੀ ਬੇਟੀ ਹੈ ਤੇ ਯਾਨੀ ਕਿ ਅਸੀਂ ਇਹ ਵੀ ਪਰੇਸ਼ਾਨ ਰਹਿੰਦੇ ਸੀ ਕਿ ਸਾਡੇ ਆਂਢੀ ਗੁਆਂਢੀ ਕੀ ਸੋਚਣਗੇ ਇਸ ਬਾਰੇ ਕਿ ਇਹਨਾਂ ਦੀ ਬੇਟੀ ਪਾਗਲ ਹੋ ਗਈ ਹੈ, ਕਿਉਂਕਿ ਇਹ ਵਾਲ ਖੁੱਲੇ ਰੱਖਦੀ ਸੀ ਔਰ ਜਦੋਂ ਵੀ ਮਤਲਬ ਕਿ ਦੁਸ਼ਟ ਆਤਮਾ ਤੇ ਅਟੈਕ ਕਰਦਾ ਸੀ ਇਹ ਬਹੁਤ ਜ਼ਿਆਦਾ ਉੱਚੀ ਉੱਚੀ ਚੀਕਾਂ ਮਾਰਦੀ ਸੀ ਔਰ ਘਰ ਦੀ ਤੋੜ ਫੋੜ ਕਰਨੀ ਸ਼ੁਰੂ ਕਰ ਦਿੰਦੀ ਸੀ। ਤੇ ਜਿਹਦੇ ਕਰਕੇ ਅਸੀਂ ਪਰੇਸ਼ਾਨ ਰਹਿੰਦੇ ਸੀ, ਹੱਥੀ ਪੈ ਜਾਂਦੀ ਸੀ ਤੇ ਅਸੀਂ ਯਾਨੀ ਕਿ ਉਸ ਵੇਲੇ ਬਸ ਇਹਨੂੰ ਪਕੜਨ ਦੀ ਕੋਸ਼ਿਸ਼ ਕਰਨੀ ਕਿ ਇਹ ਕਿਸੇ ਦੇ ਉੱਤੇ ਅਟੈਕ ਨਾ ਕਰੇ, ਕਿਉਂਕਿ ਆਪਣੇ ਮੂੰਹ 'ਚ ਜਦੋਂ ਮਤਲਬ ਕਿ ਦੁਸ਼ਟ ਆਤਮਾ ਅਟੈਕ ਕਰਦਾ ਸੀ ਇਹ ਸਾਰਾ ਕੁਝ ਬੋਲਦੀ ਸੀ ਇਹ ਚੀਜ਼ਾਂ ਕਿ ਮੈਂ ਆਪਣੇ ਆਪ ਨੂੰ ਖ਼ਤਮ ਕਰ ਲੈਣਾ, ਮੈਂ ਕਿਸੇ ਗੱਡੀ ਥੱਲੇ ਆ ਜਾਣਾ ਜਾਂ ਮੈਂ ਛੱਤ ਤੋਂ ਛਾਲ ਲਗਾ ਲੈਣੀ ਹੈ। ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਹੋ ਜਾਂਦੇ ਸੀ। ਇਹਦੇ ਦਾਦੂ ਵਾਰੀ ਦਾਦੀ ਬਹੁਤ ਜ਼ਿਆਦਾ ਪਰੇਸ਼ਾਨ ਅਸੀਂ ਯਾਨੀ ਕਿ ਮਦਰ ਫਾਦਰ ਵੀ ਪਰੇਸ਼ਾਨ ਹੋ ਜਾਂਦੇ ਸੀ ਕਿ ਇਹ ਬੇਟੀ ਨਾਲ ਕੀ ਹੋ ਰਿਹਾ, ਕਿਉਂਕਿ ਜਵਾਨ ਬੇਟੀ ਹੈ ਤੇ ਇਕੱਲੇ ਛੱਡ ਵੀ ਨਹੀਂ ਸਕਦੇ ਸੀ ਅਸੀਂ ਇਹਨੂੰ। ਕਾਲਜ ਜਾਂਦੀ ਸੀ ਤੇ ਲੇਕਿਨ ਮਤਲਬ ਕਿ ਅਸੀਂ ਇਹਨੂੰ ਥੋੜੇ ਦਿਨ ਕਾਲਜ ਨਹੀਂ ਭੇਜੇ ਇਸੇ ਕਰਕੇ ਕਿ ਕਾਲਜ ਵੀ ਜਾ ਕੇ ਕਿਸੇ ਇਸ ਤਰ੍ਹਾਂ ਦੀ ਹਰਕਤਾਂ ਨਾ ਕਰੇ। ਦਿਨੋਂ ਦਿਨ ਤੇ ਅਟੈਕ ਵੱਧਦੇ ਜਾ ਰਹੇ ਸੀ ਕਿਉਂਕਿ ਇਹ ਕਮਰੇ 'ਚ ਮਤਲਬ ਕਿ ਬੈਠ ਕੇ ਇਕੱਲੀ ਇਹਨੇ ਹੋਰਰ ਮੂਵੀ ਦੇਖਣੀ, ਜਿਹਦੇ ਕਰਕੇ ਮਤਲਬ ਕਿ ਅਸੀਂ ਵੀ ਪਰੇਸ਼ਾਨ ਰਹਿੰਦੇ ਸੀ ਇਸ ਚੀਜ਼ ਨੂੰ ਲੈ ਕੇ। ਇਹਦੀ ਦਿਮਾਗੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ। ਇਸ ਦੇ ਨਾਲ ਨਾਲ ਇਹਨੂੰ ਫਿਜ਼ੀਕਲ ਪ੍ਰੋਬਲਮ ਵੀ ਸ਼ੁਰੂ ਹੋ ਗਈ, ਇਹਨੂੰ ਪੀਰੀਅਡਸ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ, ਯਾਨੀ ਕਿ 4-4 5-5 ਮਹੀਨੇ ਇਹਨੂੰ ਪੀਰੀਅਡਸ ਨਹੀਂ ਆਉਂਦੇ ਤੇ ਜਿਹਦੇ ਕਰਕੇ ਯਾਨੀ ਕਿ ਇਹਦੇ ਨਾਲ ਮਤਲਬ ਕਿ ਸਕਿਨ ਪ੍ਰੋਬਲਮ ਹੋ ਗਈ। ਇਹਦਾ ਪੂਰਾ ਹੀ ਯਾਨੀ ਕਿ ਗਲਾ ਜਿੰਨਾ ਵੀ ਸਾਰਾ ਸੀ ਇਹ ਦਾਣਿਆਂ ਨਾਲ ਭਰ ਗਿਆ ਸੀ, ਜੋ ਮਤਲਬ ਕਿ ਪਸ ਨਿਕਲਣੀ ਸ਼ੁਰੂ ਹੋ ਗਈ ਸੀ। ਉਸ ਨੂੰ ਵੀ ਲੈ ਕੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਕਿ ਇਹ ਮੇਰੀ ਬੇਟੀ ਨੂੰ ਇਹ ਕੀ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ। ਜਦੋਂ ਮੇਰੀ ਇੱਦਾਂ ਦੀ ਹਾਲਤ ਹੋ ਗਈ ਮੈਨੂੰ ਇੰਨਾ ਫੀਲ ਹੁੰਦਾ ਸੀ ਕਿ ਮੇਰੇ ਨਾਲ ਕੀ ਹੋਇਆ ਕਰਦਾ। ਮੈਂ ਤਾਂ ਬਿਲਕੁਲ ਠੀਕ ਸੀ ਤੇ ਮੈਂ ਸੋਚਿਆ ਕਰਦੀ ਮੇਰੇ ਫਰੈਂਡਸ ਕੀ ਬੋਲਣਗੇ ਜਾਂ ਮੇਰੇ ਪੇਰੈਂਟਸ ਕੀ ਸੋਚਿਆ ਕਰਦੇ ਕਿ ਮੇਰੇ ਕੁੜੀ ਨਾਲ ਕੀ ਹੋ ਗਿਆ। ਮੈਂ ਜਦੋਂ ਰਾਤ ਨੂੰ ਸੌਂਦੀ ਸੀ ਤੇ ਮੈਨੂੰ ਬੁਰੇ ਖਿਆਲ ਸੁਪਨੇ ਆਉਂਦੇ ਸੀ। ਇੱਦਾਂ ਲੱਗਦਾ ਸੀ ਜਿਵੇਂ ਕੋਈ ਪਾਣੀ ਵਿੱਚ ਡੁਬੋ ਰਿਹਾ ਤੇ ਮੈਂ ਹੁਣ ਨਹੀਂ ਬਚਾਂਗੀ। ਜਦੋਂ ਮੈਂ ਰਾਤ ਨੂੰ ਸੌਂਦੀ ਸੀ ਮੈਨੂੰ ਡਰਾਵਨੇ ਸੁਪਨੇ ਆਉਂਦੇ ਸੀ। ਮੈਨੂੰ ਇੱਦਾਂ ਲੱਗਿਆ ਕਰਦਾ ਜਿੱਦਾਂ ਮੇਰੇ ਲਾਗੇ ਕੋਈ ਹੈ। ਜਦੋਂ ਮੈਂ ਉੱਠ ਕੇ ਦੇਖਣਾ ਤੇ ਮੇਰੇ ਲਾਗੇ ਕੋਈ ਵੀ ਨਹੀਂ ਹੈ। ਜਦੋਂ ਮੇਰੇ ਨਾਲ ਇਹ ਸਾਰੇ ਹੋਣ ਲੱਗ ਪਏ ਤੇ ਮੈਨੂੰ ਇੱਦਾਂ ਲੱਗਿਆ ਕਰਦਾ ਸੀ ਕਿ ਮੇਰੇ ਫਿਊਚਰ ਦਾ ਕੀ ਬਣੂਗਾ। ਮੈਂ ਸੋਚਿਆ ਕਰਦੀ ਸੀ ਕਿ ਮੈਂ ਆਪਣਾ ਫਿਊਚਰ ਬ੍ਰਾਈਟ ਬਣਾ ਕੇ, ਬਟ ਜੇ ਚੀਜ਼ਾਂ ਮੇਰੇ ਨਾਲ ਹੋਣ ਲੱਗ ਪਿਆ ਮੈਨੂੰ ਲੱਗਿਆ ਮੇਰਾ ਫਿਊਚਰ ਹੈ ਜੋ ਬਿਲਕੁਲ ਹੀ ਡਮ, ਬਿਲਕੁਲ ਹੀ ਬ੍ਰਾਈਟਲੈਸ ਹੋ ਜਾਏਗਾ। ਜਦੋਂ ਮੇਰੀ ਬੇਟੀ ਦੇ ਉੱਤੇ ਅਟੈਕ ਹੋ ਰਹੇ ਸੀ ਸਾਡਾ ਮਤਲਬ ਕਿ ਵਿਸ਼ਵਾਸ ਪਰਮੇਸ਼ਰ ਦੇ ਉੱਤੇ ਸੀ। ਅਸੀਂ ਪਹਿਲੇ ਤੋਂ ਹੀ ਅੰਕੁਰਲਾ ਮਿਨਿਸਟਰੀ ਨਾਲ ਜੁੜੇ ਹੋਏ ਸੀ ਕਿਉਂਕਿ ਸਾਨੂੰ ਪਰਮੇਸ਼ਰ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਕਿ ਸਾਡਾ ਪਰਮੇਸ਼ਰ ਸਾਨੂੰ ਇੱਕ ਦਿਨ ਜ਼ਰੂਰ ਮੇਰੀ ਬੇਟੀ ਨੂੰ ਆਜ਼ਾਦ ਕਰੇਗਾ। ਔਰ ਅਸੀਂ ਜਦੋਂ ਇਹ ਵੱਡੀਆਂ ਵੱਡੀਆਂ ਗਵਾਹੀਆਂ ਸੁਣਦੇ ਸੀ ਅਸੀਂ ਉਹੀ ਵੱਡੀ ਗਵਾਹੀਆਂ ਦੇ ਨਾਲ ਹੀ ਮਿਲ ਕੇ ਸਾਡਾ ਪਰਮੇਸ਼ਰ ਤੇ ਹੋਰ ਜ਼ਿਆਦਾ ਵਿਸ਼ਵਾਸ ਬਣਿਆ। 25 ਦਸੰਬਰ 2024 ਨੂੰ ਕ੍ਰਿਸਮਸ ਵਾਲੇ ਦਿਨ ਅਸੀਂ ਆਪਣੀ ਬੇਟੀ ਨੂੰ ਪਠਾਨਕੋਟ ਬ੍ਰਾਂਚ ਵਿੱਚ ਲੈ ਕੇ ਗਏ। ਉਸ ਦਿਨ ਪ੍ਰਭੂ ਦੇ ਦਾਸ ਨੇ ਛੁਟਕਾਰੇ ਦੀ ਪ੍ਰਾर्थना ਕੀਤੀ ਤੇ ਔਰ ਮੈਂ ਆਪਣੀ बेटी वास्ते उस प्रार्थना को रिसीव किया। सब प्रकार के शैतान के बंधन इनकी जिंदगी को छोड़ के चले जाएं। आज परमेश्वर का आत्मा शैतान के बंधनों से आपको आजाद करेगा। बीमारी के हर एक बंधनों से वो आपको आजाद करेगा।
ਜਦੋਂ ਪਰਮੇਸ਼ਵਰ ਦੇ ਦਾਸ ਪ੍ਰਾਰਥਨਾ ਕਰ ਰਹੇ ਸੀ ਮੈਨੂੰ ਖੇਲ ਸ਼ੁਰੂ ਹੋ ਗਈ ਔਰ ਮੈਨੂੰ ਇੱਦਾਂ ਲੱਗਿਆ ਕਰਦਾ ਸੀ ਮੇਰੇ ਅੰਦਰੋਂ ਕੋਈ ਚੀਜ਼ ਨਿਕਲ ਕੇ ਜਾ ਰਹੀ ਹੈ ਔਰ ਉਹ ਚੀਜ਼ ਉਲਟੀਆਂ ਰਾਹੀਂ ਮੇਰੇ ਸਰੀਰ ਚੋਂ ਨਿਕਲ ਕੇ ਚਲ ਗਈ। ਉਸ ਪ੍ਰੇਅਰ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਆਜ਼ਾਦ ਹੋ ਗਈ ਹਾਂ। ਮੈਂ ਹੁਣ ਉਸ ਦੁਸ਼ਟ ਆਤਮਾ ਦੇ ਅਟੈਕ ਤੋਂ ਔਰ ਉਸ ਪਾਗਲਪਨ ਤੋਂ ਬਿਲਕੁਲ ਫ੍ਰੀ ਹਾਂ। ਬਿਲਕੁਲ ਡਿਲੀਵਰ ਕਰਤਾ ਮੈਨੂੰ ਪ੍ਰਭੂ ਨੇ। ਹੁਣ ਅਸੀਂ ਪੂਰਾ ਪਰਿਵਾਰ ਬਹੁਤ ਖੁਸ਼ ਹਾਂ। ਮੇਰੇ ਫੈਮਿਲੀ ਮੈਂਬਰਸ ਮੇਰੇ ਨਾਲ ਬਹੁਤ ਪਿਆਰ ਨਾਲ ਰਹਿੰਦੇ ਆ। ਪਹਿਲੇ ਮੈਨੂੰ ਇੱਦਾਂ ਲੱਗਦਾ ਸੀ ਆਪਣੇ ਘਰੋਂ ਭੱਜ ਜਾਂ, ਬਟ ਹੁਣ ਨਹੀਂ, ਹੁਣ ਦਿਲ ਕਰਦਾ ਇੱਥੇ ਹੀ ਰਹਾਂ ਔਰ ਇਹਨਾਂ ਨਾਲ ਮੈਂ ਬਹੁਤ ਪਿਆਰ ਨਾਲ ਬੋਲਦੀ ਹਾਂ। ਹਮੇਸ਼ਾ ਬਹੁਤ ਖੁਸ਼ ਰਹਿੰਦੇ ਹਾਂ ਅਸੀਂ। ਹੁਣ ਮੈਨੂੰ ਪ੍ਰਭੂ ਨੇ ਬਹੁਤ ਚੰਗਾਈ ਦਿੱਤੀ ਆ। ਮੈਨੂੰ ਹਰ ਇੱਕ ਫਿਜ਼ੀਕਲ ਪ੍ਰੋਬਲਮਸ ਤੋਂ ਪ੍ਰਭੂ ਨੇ ਆਜ਼ਾਦ ਕੀਤਾ। ਕੋਈ ਪੀਰੀਅਡ ਪ੍ਰੋਬਲਮ ਨਹੀਂ ਔਰ ਕੋਈ ਸਕਿਨ ਡਿਜ਼ੀਜ਼ ਨਹੀਂ ਹੈ ਮੈਨੂੰ। ਹੁਣ ਮੈਨੂੰ ਕੋਈ ਵੀ ਸੁਸਾਈਡਲ ਥਾਟਸ ਨਹੀਂ ਆਉਂਦੇ। ਮੈਂ ਬਿਲਕੁਲ ਫ੍ਰੀ ਹਾਂ। ਮੈਂ ਕੋਈ ਚੀਕਾਂ ਨਹੀਂ ਮਾਰਦੀ। ਹਮੇਸ਼ਾ ਖੁਸ਼ ਰਹਿੰਦੀ ਹਾਂ ਆਪਣੀ ਫੈਮਿਲੀ ਨਾਲ ਔਰ ਹਮੇਸ਼ਾ ਆਪਣੇ ਫਿਊਚਰ ਬਾਰੇ ਸੋਚਦੀ ਕਿ ਮੇਰਾ ਫਿਊਚਰ ਜੋ ਹੈ ਪ੍ਰਭੂ ਨੇ ਬਲੈਸ ਕਰਨ ਜਾ ਰਿਹਾ ਅੱਗੇ। ਜਿਹੜੇ ਲੋਕੀ ਅੱਜ ਪਾਗਲਪਨ ਦੇ ਅਟੈਕ ਦੇ ਥੱਲੇ ਔਰ ਜਿਹੜੇ ਦੁਸ਼ਟ ਆਤਮਾ ਨਾਲ ਜਕੜੇ ਉਹਨਾਂ ਨੂੰ ਬਸ ਇੱਕੋ ਮੈਸੇਜ ਦੇਣਾ ਚਾਹਾਂਗੀ, ਪ੍ਰਭੂ ਵਿੱਚ ਅੜੇ ਤੇ ਬਣੇ ਰਹੋ ਕਿਉਂਕਿ ਉਹੀ ਤੁਹਾਨੂੰ ਚੰਗਾ ਕਰਨ ਵਾਲਾ ਖੁਦ ਆ। ਜਿੱਦਾਂ ਮੈਨੂੰ ਕੀਤਾ ਉਹ ਤੁਹਾਨੂੰ ਵੀ ਕਰੇਗਾ। ਇਸ ਵੱਡੇ ਛੁਟਕਾਰੇ ਲਈ ਮੈਂ ਪਰਮੇਸ਼ਰ ਦਾ ਥੈਂਕਸ ਕਰਦੀ ਹਾਂ ਔਰ ਪ੍ਰਭੂ ਦੇ ਦਾਸ ਔਰ ਦਾਸੀ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। हालेलुया। जैसा कि परमेश्वर के वचन निर्गमन 15 उसकी 26 आयत में लिखा है, यदि तू अपने परमेश्वर यहोवा का वचन तन मन से सुने और जो उसकी दृष्टि में ठीक है वही करे और उसकी आज्ञाओं पर कान लगाए और उसकी सब विधियों को माने, तो जितने रोग मैंने मिस्रियों पर भेजा है उनमें से एक भी तुझ पर ना भेजूंगा, क्योंकि मैं तुम्हारा चंगा करने वाला यहोवा हूँ। परमेश्वर ने इस वचन के दौरान इस फैमिली की जिंदगी में काम किया। जब बहुत सारे डॉक्टर्स चेंज करने के बाद दवाइयाँ खाने के बावजूद भी कोई फर्क नहीं पड़ा, तो ये अंदर से पूरी तरह से टूट चुके थे। और ऐसे करते करते मैंने शराब, सिगरेट, तम्बाकू खाना शुरू कर दिया। पौवा से शुरू किया था मैंने और धीरे धीरे मैं बोतल पे पहुंच गया था। जैसे ये नशा करते थे, इनके नशे के वजह से हमारे घर में लड़ाई झगड़ा होते थे। नशाएं जब बहुत ज़्यादा हो गई थी तो उसके बाद मेरी आंखों में भी पीलापन आ गया। तो मैं हॉस्पिटल गया। हॉस्पिटल में उन्होंने मेरी ब्लड की जांच की तो उसमें पीलिया बढ़ा हुआ था मेरा बहुत ज़्यादा। उसके बाद डॉक्टरों ने मेरे को दवाई वगैरह दी, उससे आराम नहीं हुआ मुझे। पर जब अंकुर नूला मिनिस्ट्रीज में इन्होंने लगातार आना शुरू किया, परमेश्वर ने इनकी जिंदगी में इनको चंगा किया और हर तरह की बीमारी से आजाद करके एक नया जीवन दिया। तो आइए इस भाई की इस मार्वलस टेस्टमनी को हम देखते हैं। सबको जय मसीह की। मेरा नाम शेर सिंह है और ये मेरी वाइफ है, इसका नाम संजना सिंह है। हम उत्तराखंड से हैं। आज हम अपनी जीवन की सबसे बड़ी गवाही देने जा रहे हैं। मेरी उम्र 38 साल की है। जब मैं 13 साल का था तो मेरे दोस्त लोग और मैं मिलकर लोग जैसे बीड़ी पीकर सड़कों में फेंक दिया करते थे, तो जमीन से हम बीड़ी के टुकड़े उठा के पिया करते थे। तो धीरे धीरे हमें ये नशा की आदत बहुत ज़्यादा हो गई थी। तो हमारे घर में कोई रिश्तेदार वगैरह आते थे तो हमें वो 5-10 रुपये देते थे, तो हम उसके भी बीड़ी खरीद के छुपा के रखते थे और छुप छुप के मैं बहुत ज़्यादा बीड़ी पिया करता था। धीरे धीरे मेरी उम्र बढ़ती गई और नशा मैं ज़्यादा करना चालू कर दिया। तो मैं घर से बाहर होटलों में नौकरी करने जाने लगा। होटलों में बर्तन धोना, वहाँ पर कोई ग्राहक या फिर कोई मालिक या कोई भी हमें पिला देता था शराब तो हम पी लेते थे। और ऐसे करते करते मैंने शराब, सिगरेट, तम्बाकू खाना शुरू कर दिया। पौवा से शुरू किया था मैंने और धीरे धीरे मैं बोतल पे पहुँच गया था। तो मैं महीनों तक जो है घर से बाहर रहता था। तो महीनों में जब कभी मैं घर आता था तो घर वाले मुझे समझाते थे कि बेटा इतना शराब मत पी, तो फिर भी मैं नहीं समझता था। उनके मुंह के आगे बोलता था कि हाँ अब नहीं पीऊँगा, अब नहीं करूँगा, लेकिन फिर घर से बाहर जाता था तो फिर शुरू कर देता था। तो मैं नशा दिन प्रतिदिन जब ज़्यादा पीने लगा तो मेरे घर वालों ने मेरी शादी कर दी कि शादी करने से ये सुधर जाएगा। तो फिर भी मैं नहीं सुधरा। शादी से पहले मुझे पता नहीं था कि ये नशा करते थे। जैसे शादी हुई तो पीते भी नहीं थे मेरे सामने। जैसे बाहर दोस्तों के साथ जैसे गाड़ी चलाते हैं, बाहर रहते थे, जैसे आ गए कभी पी के, तब मैंने बोला आप पी के आ रखे हो, तो अब छुपाना क्या था, तब बता दिया कि हाँ पी के आए। तब मैंने बोला आप दारू मत पियो इतना। जैसे ये नशा करते थे, इनके नशे के वजह से हमारे घर में लड़ाई झगड़ा होते थे।
बच्चों के साथ एकदम बच्चे लोग डरते थे। पापा जैसे आए क्यों सोचते थे कि पापा नशा करके आ गए, तो बच्चे लोग हम सब घबरा जाते थे कि आके कहीं मार ना ले, हमें मारे ना, बच्चे को ना धमकाए ना। तो हम बहुत डरे रहते थे पहले। नशाएं जब बहुत ज़्यादा हो गई थी तो मेरे पेट में दर्द होना शुरू हो गया हल्का हल्का। उसके बाद मेरी आंखों में भी पीलापन आ गया। तो मैं हॉस्पिटल गया। हॉस्पिटल में उन्होंने मेरी ब्लड की जांच की तो उसमें पीलिया बढ़ा हुआ था मेरा बहुत ज़्यादा। उसके बाद डॉक्टरों ने मेरे को दवाई वगैरह दी, उससे आराम नहीं हुआ मुझे। तो इस पीलिया की वजह से मुझे बहुत कमजोरी, थकान होता था और नींद नहीं आती थी। बुखार आता था मुझे बहुत ज़्यादा। फिर मेरा पेट साफ नहीं रहता था कई दिनों तक। बहुत ही ज़्यादा मेरी आंखें और दिन प्रतिदिन पीली होती गई, बढ़ता गया। कोई भी दवाई का मुझे कोई असर नहीं होता था। मैं 1.5 साल से 2 साल तक मैंने लगातार पीलिया की दवाई खाई। 12 से 13 डॉक्टर भी चेंज किए मैंने, मुझे कोई फर्क नहीं हुआ। लेकिन दिन प्रतिदिन मेरी हालात सीरियस होते गई। इस पीलिया की वजह से मैं बहुत ज़्यादा कमजोरी होने के कारण मैं घर में बेड में पड़ा रहता था कई महीनों तक। तो काम धंधा तो होता नहीं था। तो हमारे बच्चे लोगों की हालात, मेरी हालात ऐसी हो गई थी कि हमें खाना भी बड़ी मुश्किल से मिलता था। फिर जो लोग हमें मिलने आते थे वो देते थे 200, 400, 500, तो वही उसी से हम राशन लाते थे। कभी मेरी वाइफ के मायके वाले हमारे मदद कर देते थे, कोई भाई बंद कर देता था मदद। तो इसी से हमारा गुजारा चलता था उस समय। तो मैं इतना तंग आ चुका था इस पीलिया की रोग से और नसों से कि मेरा दिल करता था कि मैं मर जाऊं। एक दिन YouTube पर मैं ऐसे वीडियो देख रहा था तो खामरा चर्च की एक वीडियो आई उसमें। तो प्रभु के दास जी उसमें वचन बोल रहे थे। जब मैंने वो वीडियो देखा तो मुझे शांति सी महसूस हुई। तो फिर मैंने वीडियो और ज़्यादा देखना शुरू किया तो लोगों की गवाहियाँ आती थी उसमें कि नशा छोड़ा हुआ, बीमार से चंगा हुआ। तो ऐसे ही मेरा विश्वास बढ़ा। तो मैं अंकुर नरोला मिनिस्ट्री के साथ ऑनलाइन जुड़ गया। फरवरी 2022 को प्रभु के दास ने प्रार्थना की नशे वालों के लिए और बीमारों के लिए। परमेश्वर नशे वाले लोगों को छुड़ाने के लिए जा रहे हैं। आज खुदाबंद नशे वाले लोगों को छुड़ाने के लिए जा रहे हैं। आज परमेश्वर नशे की आत्माओं से आपको आजाद करने के लिए जा रहे हैं। अपने हाथों को उठा बोलो थैंक यू जीसस। उस प्रार्थना के बाद एकदम से मेरे शरीर में बल आ गया। तो धीरे धीरे मेरा आंखों से पीलापन दूर होना, जैसा मैं खाना खाता था वो खाना पचना शुरू हो गया। तो दिन प्रतिदिन मेरा शरीर जो है ठीक होता गया, वजन बढ़ता गया। अब मैं ना शराब का नशा करता हूँ और ना कोई रोग है मुझे। अब हम परिवार में जो है हंसी खुशी से अपना जीवन बिता रहे हैं। तो अपना मेरा ड्यूटी भी चालू हो गया है। मैं ड्राइवर हूँ, मैं गाड़ी वगैरह चलाता हूँ। तो अब मेरी ड्यूटी भी चल रही है, कोई दिक्कत नहीं है। मैं स्वस्थ हूँ, कमा रहा हूँ, बच्चों को पाल रहा हूँ। इस नशे से इन्होंने जब आज़ाद हुआ तो हमारी जीवन बहुत बदल गया। हम परमेश्वर को विश्वास किया है, परमेश्वर ने हमारे जीवन को बदल दिया है। हम आज इतना खुशी है, हमारे पूरा परिवार खुश है। हम सब विश्वास में आगे बढ़ चुके हैं। जो लोग बीमार हैं उनको मैं ये कहना चाहता हूँ कि प्रभु पर विश्वास रखो। प्रभु असंभव को संभव करने वाला प्रभु है। जैसे मुझे उस परमेश्वर ने नशे से और पीलिया की रोग से आज़ाद किया, वैसे वो आपको भी आज़ाद करेगा। इस नए जीवन के लिए मैं परमेश्वर का धन्यवाद करता हूँ, प्रभु के दास दासी का धन्यवाद करता हूँ। सबको जय मसीह की। तालीफ दें परमेश्वर के लिए जोर से, और जोर से तालीफ दें, और जोर से हालेलुया। ईमान के बानी यीशु मसीह को, ईमान के बानी यीशु मसीह को तकते रहें।